ਅੱਜ ਫਾਜ਼ਿਲਕਾ ਦੀ ਦਾਣਾ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਖੋਸਾ ਦੁਆਰਾ ਇੱਕ ਵੱਡੀ ਕਿਸਾਨ ਮਹਾ ਰੈਲੀ ਦਾ ਆਯੋਜਨ ਕੀਤਾ ਗਿਆ, ਜਿੱਥੇ ਕਿਸਾਨਾਂ ਨੇ ਵੱਡੀ ਸੰਖਿਆ ਵਿੱਚ ਪਹੁੰਚ ਕੇ ਇਸ ਰੈਲੀ ਵਿੱਚ ਆਪਦਾ ਹਿੱਸਾ ਪਾਇਆ। ਇਸ ਮੌਕੇ ਤੇ ਕਿਸਾਨਾਂ ਦਾ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਕਿਸਾਨ ਉਦੋਂ ਤੱਕ ਘਰਾਂ ਵਿੱਚ ਨਹੀਂ ਬੈਠਣਗੇ ਜਦ ਤੱਕ ਇਹ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ। ਨਾਲ ਹੀ ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਖੋਸਾ, ਮੀਤ ਪ੍ਰਧਾਨ ਰਵਿੰਦਰ ਕੰਬੋਜ ਅਤੇ जनरल सैकटरी गुरविंदर सिंह मौजूद रहे। साइड दवाइयां जां भंगी साइड ਜਿਹੜੀਆਂ ਸਾਡੀਆਂ ਦਵਾਈਆਂ ਉਹ ਸਾਨੂੰ ਉੜਦੀ ਹੈ। ਮੇਰੇ ਸਰਕਾਰੀਓ ਵੀਰੋ, ਜਿਹੜੀਆਂ ਇਹ ਸਾਰੀਆਂ ਚੀਜ਼ਾਂ ਅੱਜ ਆਓ ਆਪਾਂ ਤਗੜੇ ਹੋ ਕੇ ਹਮਲਾ। ਸਾਡਾ ਜਿਹੜਾ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਰੈਲੀ ਕਰਾਉਣ ਦਾ ਪਹਿਲਾ ਮੇਨ ਮਕਸਦ ਆ ਕਿ ਸਾਡੇ ਫਾਜ਼ਿਲਕਾ ਜ਼ਿਲ੍ਹੇ ਦੀ ਜਿਹੜੀ ਹਾਜ਼ਰੀ ਟਿਕਰੀ ਬਾਰਡਰ ਜਾਂ ਸਿੰਘ ਬਾਰਡਰ ਤੇ ਆ ਉਹ ਬਹੁਤ ਨਾ ਮਾਤਰ ਆ। ਸਾਡਾ ਮੇਨ ਮਕਸਦ ਰੈਲੀ ਕਰਾਉਣ ਦਾ ਫਾਜ਼ਿਲਕਾ ਦੇ ਵਿੱਚ ਖੋਸਾ ਯੂਨੀਅਨ ਵੱਲੋਂ ਇਹ ਸੀ ਕਿ ਅਸੀਂ ਜਿਹੜੀ ਗਿਣਤੀ ਆ ਅੰਦੋਲਨ ਦੇ ਵਿੱਚ ਫਾਜ਼ਿਲਕਾ ਜ਼ਿਲ੍ਹੇ ਵੱਲੋਂ ਵੱਧ ਤੋਂ ਵੱਧ ਕਰੀਏ। ਪਿਛਲੇ ਜਦੋਂ ਦੀ ਅਸੀਂ ਇਹ 16 ਤਰੀਕ ਦੀ ਨਿਯੁਕਤੀ ਕੀਤੀ ਆ, ਜਿਹੜੀ ਇਹਨਾਂ ਕੋਲੋਂ ਲਿਆ ਤਰੀਕ, ਉਸ ਦਿਨ ਦੇ ਅਸੀਂ ਪੂਰੀ ਫਾਜ਼ਿਲਕਾ ਜ਼ਿਲ੍ਹਾ ਟੀਮ ਮੇਰੀ ਰਹਿਨਮਾਈ ਦੇ ਹੇਠ ਅਸੀਂ ਦਿਨ ਰਾਤ ਇੱਕ ਕਰ ਰੱਖਿਆ ਸੀ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਕੁਝ ਕੁ ਅਨਸਰਾਂ ਨੇ, ਸ਼ਰਾਰਤੀ ਅਨਸਰ ਮੈਂ ਕਹਾਂਗਾ ਉਹਨਾਂ ਨੂੰ ਤੁਹਾਡੇ ਮੀਡੀਆ ਰਾਹੀਂ, ਵੀ ਉਹਨਾਂ ਨੇ ਕੱਲ੍ਹ ਤੋਂ ਚਾਲ ਖੇਡ ਕੇ ਇਸ ਨੂੰ ਜਿਹੜਾ ਨਾਕਾਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਸਾਡੇ ਸਰੀਰੀ ਲੋਕਾਂ ਨੇ ਜਿਨ੍ਹਾਂ ਤੱਕ ਸਾਡੀ ਆਵਾਜ਼ ਪਹੁੰਚੀ ਸੀ, ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਰੈਲੀ ਨੂੰ ਕਾਮਯਾਬ ਕਰਨ ਦੀ ਪੂਰੀ ਸਾਡਾ ਸਾਥ ਦਿੱਤਾ। ਦੇਖੋ ਜੀ, ਮੈਂ ਸੂਬਾ ਪ੍ਰਧਾਨ ਸਰਦਾਰ ਸੁਖਜਿੰਦਰ ਸਿੰਘ ਖੋਸਾ, BKU ਖੋਸਾ, ਪੰਜਾਬ ਰਜਿਸਟਰਡ, ਅੱਜ ਜਿਹੜੀ ਫਾਜ਼ਿਲਕਾ ਦੀ ਧਰਤੀ ਤੇ ਮਹਾ ਰੈਲੀ ਕੀਤੀ ਆ, ਇਹ ਕਿਸਾਨਾਂ ਨੇ ਤਿੰਨੇ ਕਾਨੂੰਨ ਰੱਦ ਕਰਾਉਣ ਦੀ ਬਾਬਤ, ਕਿਉਂਕਿ ਜਿਹੜਾ ਕਿਸਾਨਾਂ ਦਾ ਉਤਸ਼ਾਹ ਉਹ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰਨ ਬਾਬਤ ਜਿਹੜੀ ਰੈਲੀ ਕੀਤੀ ਆ। ਕਿਉਂਕਿ ਕਿਸਾਨ ਹੁਣ ਜਾਗ ਚੁੱਕਾ, ਕਿਸਾਨ ਸੁੱਤਾ ਨਹੀਂ। ਕਿਉਂਕਿ ਕਿਸਾਨ ਨੂੰ ਪਤਾ ਕਿ ਜਿਹੜਾ ਅੱਜ ਦੀ ਡੈਮੋਕ੍ਰੇਸੀ ਦੇ ਅਨੁਸਾਰ, ਲੋਕ ਰਾਜ ਦੇ ਅਨੁਸਾਰ ਆਪਾਂ ਨੂੰ ਯੂਨਾਈਟ ਹੋਣ ਦੀ ਲੋੜ ਆ, ਏਕਤਾ ਦੀ ਲੋੜ ਆ। ਜਿੰਨੀ ਦੇਰ ਤੱਕ ਕਿਸਾਨ ਵੀਰੋ ਆਪਣੀ ਏਕਤਾ ਨਹੀਂ, ਆਪਾਂ ਆਪਣੇ ਹੱਕ ਨਹੀਂ ਲੈ ਸਕਦੇ। ਔਰ ਕਿਸਾਨਾਂ ਨੂੰ ਪਤਾ ਲੱਗ ਚੁੱਕਾ ਵੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹ ਸਾਨੂੰ ਹੱਕ ਨਹੀਂ ਲੈ ਕੇ ਦੇ ਸਕਦੀਆਂ ਸਾਡੇ, ਤੇ ਸਾਨੂੰ ਜਿਹੜੀ ਲੜਾਈ ਆ ਆਪਦੇ ਮੋਢਿਆਂ ਤੇ ਲੜਨੀ ਪੈਣੀ, ਮੋਢਿਆਂ ਤੇ। ਜਿੰਨੀ ਦੇਰ ਤੱਕ ਕਿਸਾਨ ਲੜਾਈ ਮੋਢਿਆਂ ਤੇ ਨਹੀਂ ਲੜਦਾ, ਉਨੀ ਦੇਰ ਤੱਕ ਇਹ ਤਿੰਨੇ ਕਾਲੇ ਕਾਨੂੰਨ ਰੱਦ, ਚੌਥਾ ਬਿਜਲੀ ਵਾਲਾ ਕਾਨੂੰਨ ਤੇ ਪੰਜਵਾਂ ਪਰਾਲੀ ਵਾਲਾ ਕਾਨੂੰਨ ਜਿੰਨੀ ਦੇਰ ਤੱਕ ਰੱਦ ਨਹੀਂ ਹੁੰਦੇ, ਇੱਕ ਵੀ ਕਿਸਾਨ ਜਿਹੜਾ ਉਨੀ ਦੇਰ ਤੱਕ ਕਿਸੇ ਵੀ ਬਾਰਡਰ ਤੋਂ ਘਰੇ ਨਹੀਂ ਆਊਗਾ। ਜਿੱਦੇ ਰੱਦ ਹੋ ਗਏ, ਇਹ ਇਕੱਲੇ ਰੱਦ ਹੋਣ ਨਾਲ ਨਹੀਂ ਮਸਲਾ ਹੱਲ ਹੋਣਾ। ਜਿੰਨੀ ਦੇਰ ਤੱਕ ਕਿਸਾਨ ਸੌਖਾ ਨਹੀਂ ਹੋ ਜਾਂਦਾ ਸਰਕਾਰਾਂ ਤੋਂ ਵਧੀਆ ਉਪਰਾਲੇ ਕਰਕੇ, ਉਨੀ ਦੇਰ ਤੱਕ ਕਿਸਾਨ ਦਾ ਜਿਹੜਾ ਸੰਘਰਸ਼ ਆ ਉਹ ਚੱਲਦਾ ਰਹੂਗਾ। ਹਲੇ ਜਿਹੜਾ ਕੇਂਦਰ ਆ, ਦੇਖੋ ਜਿਹੜੀਆਂ ਸਰਕਾਰਾਂ, ਇਹਨਾਂ ਨੇ ਹਲੇ ਕਿਸਾਨ ਨੂੰ ਅਣਗੌਲਿਆ ਕੀਤਾ ਹੋਇਆ, ਕਿਉਂਕਿ ਉਹਨਾਂ ਦੇ ਚਿੱਤ 'ਚ ਵੀ ਕਿਸਾਨ ਖਣੀ ਹੈਵੇਂ ਹਲੇ ਉੱਠ ਕੇ ਚਲਿਆ ਜਾਊਗਾ। ਹਾਲੇ ਉਹਨਾਂ ਦੇ ਚਿੱਤ ਦਾ ਜਿਹੜਾ ਭੱਬੂ ਆ, ਜਿਵੇਂ ਆਪਾਂ ਪੰਜਾਬੀ ਦੀ ਕਹਾਵਤ, ਉਹ ਨਿਕਲਿਆ ਨਹੀਂ, ਕਿਉਂਕਿ ਹਾਲੇ ਉਹ ਹਨੇਰੇ ਦੇ ਵਿੱਚ ਰੱਖ ਰਹੀਆਂ। ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਕਿਸਾਨ ਜਿਹੜਾ ਕਿਤੇ ਵੀ ਨਹੀਂ ਅੱਖੋਂ ਪਰੋਖੇ ਹੋ ਸਕਦਾ ਇੱਥੋਂ ਬਾਰਡਰਾਂ ਤੋਂ, ਤੇ ਉਦੋਂ ਇਹ ਬਿੱਲ ਆਪਦੀ ਆਪ ਹੀ ਮਾਫ ਹੋ ਜਾਣਗੇ। ਮੋਦੀ ਕਿੰਨਾ ਲੁਕ ਜੇ ਸਾਥੋਂ, ਲੁਕਿਆ ਅਸੀਂ ਰਹਿਣ ਨਹੀਂ ਦੇਣਾ। ਮੋਦੀ ਨੂੰ ਪਰੇ ਦੇ ਵਿੱਚ ਖੜਾ ਕਰਕੇ ਇਹ ਕਾਨੂੰਨ ਉਦੋਂ ਹੀ ਰੱਦ ਕਰਾਉਣੇ ਆ, ਨਾ ਕਿ ਦੂਜਿਆਂ ਤੋਂ ਤੂਮਰ ਹੋਣਾ ਤੋਂ। ਦੇਖੋ ਜੀ, ਇਹ ਜਿਹੜੀਆਂ ਸਰਕਾਰਾਂ ਤਰ੍ਹਾਂ ਦੇ ਬਿਆਨਬਾਜ਼ੀ ਕਰਦੀਆਂ ਉਹਨਾਂ ਵੋਟਾਂ ਲਈ, ਉਹ ਤਾਂ ਅੱਡੋ ਅੱਡ ਗੱਲਾਂ ਕਰੀ ਜਾਂਦੀਆਂ। ਪਰ ਜਿਹੜਾ ਸਰਕਾਰਾਂ ਨੂੰ ਅਸੀਂ ਅੱਖੋਂ ਪਰੋਖੇ ਰੱਖਿਆ, ਜਿਹੜੀ ਅਸੀਂ ਲੜਾਈ ਆ ਸਾਰੇ ਕਿਸਾਨਾਂ ਨੇ ਰਲ ਕੇ ਕੀਤੀ ਆ। ਹੁਣ ਕਿਸਾਨ ਜਿਹੜਾ ਇਹ ਇਕੱਲਾ ਪੰਜਾਬ ਦਾ ਨਹੀਂ, ਹਰਿਆਣੇ ਦਾ ਨਹੀਂ, ਯੂਪੀ ਦਾ ਨਹੀਂ, ਬਲਕਿ ਵਰਲਡ ਦਾ ਕਿਸਾਨ ਇੱਕ ਹੋ ਚੁੱਕਾ। ਦੇਖੋ ਜੀ, ਇਹ ਜਿਹੜੀਆਂ ਸਰਕਾਰਾਂ ਤਾਂ ਨੀਤੀ ਬਿਆਨ ਤਰ੍ਹਾਂ ਦੇ ਠੋਪ ਰਹੀਆਂ, ਕੋਈ ਬਿਆਨ ਲਾਉਂਦੀ, ਕੋਈ ਬਿਆਨ ਲਾਉਂਦੀ। ਅਸੀਂ ਇਹਨਾਂ ਨੂੰ ਨਜ਼ਰੀਏ ਦੇ ਵਿੱਚ ਨਹੀਂ ਰੱਖਦੇ। ਕੋਈ ਕੁਛ ਬੋਲੀ ਜਾਵੇ, ਸਰਕਾਰਾਂ ਦੀਆਂ ਗੱਲਾਂ 'ਚ ਅਸੀਂ ਆਉਂਦੇ ਹੀ ਨਹੀਂ। ਕਿਸਾਨ ਸੰਯੁਕਤ ਦਾ ਅਗਲਾ ਏਜੰਡਾ ਇਹ ਆ ਵੀ ਕਿਸਾਨ ਦਿਨਪੋ ਰਾਤ ਜਿਹੜਾ ਧਰਨਾ ਜਾਰੀ ਰੱਖਣ। ਜਿੰਨੀ ਦੇਰ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਕੋਈ ਕਿਸਾਨ ਜਿਹੜਾ ਇਹ ਤੋਂ ਪਹਿਰਾ ਦੇਣੋਂ ਨਾ ਹਟੇ। ਉਹ ਪਿੰਡਾਂ ਦੇ ਵਿੱਚੋਂ ਵੱਡੇ ਕਾਫਲੇ ਕਰਕੇ ਤਿਆਰ ਕਰਕੇ ਦਿੱਲੀ ਵੱਲ ਰਵਾਨਾ ਹੁੰਦੇ ਰਹਿਣ। ਅੱਜ ਸਾਡਾ ਰੈਲੀ ਦਾ ਮੰਤਵ ਸੀ ਵੀ ਕਿਸਾਨਾਂ ਨੂੰ ਹਲੂਣਾ ਦੇਣ ਦਾ, ਕਿਉਂਕਿ ਜਿਹੜੀ ਝੋਨੇ ਦੀ ਫਸਲ ਆ ਰਹੀ ਆ, ਜਿਹੜੀ ਝੋਨੇ ਦੇ ਵਿੱਚ ਲੁੱਟ ਖਸੁੱਟ ਹੋਣੀ ਆ, ਉਹ ਲੁੱਟ ਖਸੁੱਟ ਅਸੀਂ ਹੋਣ ਨਹੀਂ ਦੇਣੀ। ਜਿਹੜਾ ਬਾਹਰੋਂ ਝੋਨਾ ਆਉਂਦਾ, ਉਹ ਵੀ ਅਸੀਂ ਇੱਕ ਮਣ ਵੀ ਝੋਨਾ ਕਿਸੇ ਚੈਲਰ 'ਚ ਆਉਣ ਨਹੀਂ ਦੇਣਾ। ਜਿੱਥੇ ਆਊਗਾ
ਉਹਦਾ ਅਸੀਂ ਵਿਰੋਧ ਕਰਾਂਗੇ ਤੇ ਉਹ ਗੱਡੀ ਜਿਹੜੀ ਅਸੀਂ ਰੋਕ ਕੇ ਅੰਦਰ ਕਰਾਵਾਂਗੇ। ਦੇਖੋ ਜੀ ਅਸੀਂ ਜਿਹੜਾ ਇਹ ਭਾਜਪਾ ਦਾ ਤਾਂ ਸਾਡਾ ਫੁੱਲ ਵਿਰੋਧ ਆ। ਜਿਹੜੀਆਂ ਦੂਜੀਆਂ ਪਾਰਟੀਆਂ ਜਿਹੜੀ ਸਾਡੀ ਯੂਨੀਅਨ ਆ ਇਹ ਅਸੀਂ ਖੁੱਲੇ ਛੱਡੇ ਹੋਏ ਲੋਕ ਜਿੱਥੇ ਮਰਜ਼ੀ ਵੋਟ ਪਾਉ ਨਾ ਵੋਟ ਪਾਉਣ, ਕਿਉਂਕਿ ਡੈਮੋਕ੍ਰੇਸੀ ਰਾਜ ਆ। ਵੋਟ ਪਾਉਣ ਦਾ ਹਰੇਕ ਦਾ ਅਧਿਕਾਰ ਆ। ਵੋਟ ਨਾ ਪਾਉਣ ਤੋਂ ਅਸੀਂ ਰੋਕ ਨਹੀਂ ਸਕਦੇ, ਪਰ ਅਸੀਂ ਕਿਸੇ ਇੱਕ ਪਾਰਟੀ ਦੀ ਮਦਦ ਨਹੀਂ ਕਰਨੀ। ਅਸੀਂ ਉਹ ਬੰਦਾ ਚੁਣਾਂਗੇ ਜਿਹੜਾ ਚੰਗਾ ਕੰਮ ਕਰ ਸਕਦਾ, ਕਿਸਾਨੀ ਆਵਾਜ਼ ਬੁਲੰਦ ਕਰ ਸਕਦਾ, ਕਿਸਾਨ ਨੂੰ ਅਗਾਂਹ ਲੈ ਕੇ ਜਾ ਸਕਦਾ, ਉਹਨੂੰ ਅਸੀਂ ਵੋਟ ਪਾਵਾਂਗੇ ਜੀ। ਜਿਹੜਾ ਚੰਡੀਗੜ੍ਹ ਅਸੀਂ ਕੀਤਾ ਉਹਦਾ ਬਹੁਤ ਵਧੀਆ ਸਿੱਟਾ ਨਿਕਲਿਆ। ਉਵੇਂ ਹੀ ਅਸੀਂ ਹੁਣ ਤਰ੍ਹਾਂ ਦੇ ਜਿਹੜੇ ਸੰਘਰਸ਼ ਉਹ ਵਿੱਢੀ ਰੱਖਣੇ। ਮੈਂ ਕਹਿਣਾ ਚਾਹੁੰਦਾ, ਮੈਂ ਜਨਰਲ ਸਕੱਤਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਰਜਿਸਟਰਡ ਪੰਜਾਬ ਖੋਸਾ। ਸੋ ਮੈਂ ਦੱਸਣਾ ਚਾਹੁੰਦਾ, ਮੈਂ ਅੱਜ ਜਿਹੜੀ ਸਾਡੀ ਵੀ ਫਾਜ਼ਿਲਕਾ ਦੇ ਵਿੱਚ ਰੈਲੀ ਹੋ ਰਹੀ ਆ, ਇੱਕ ਤਾਂ ਸਾਡੀ ਜਿਹੜਾ ਫਾਜ਼ਿਲਕਾ ਜ਼ਿਲ੍ਹਾ ਦੀ ਟੀਮ ਬਣਾਈ ਆ ਉਹਦੇ ਖਾਤਰ ਉਹਨੂੰ ਉਤਸ਼ਾਹ ਜਾਗਰੂਕ ਕਰਨੇ ਨੂੰ ਜਿਹੜੇ ਆਵਾਮ ਬੁਲਾਇਆ ਅਸੀਂ ਕੋਨੇ ਤੋਂ ਕਿਸਾਨ ਆਏ ਨੇ ਉਹਨਾਂ ਦੇ ਵਿੱਚ ਜੋਸ਼ ਭਰਨਾ। ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਜਿਹੜੀ ਸਾਡੀ ਜਥੇਬੰਦੀ ਆ ਉਹ ਕੋਈ ਨਵੀਂ ਜਥੇਬੰਦੀ ਨਹੀਂ। ਸਾਡੇ 8 ਜ਼ਿਲ੍ਹੇ ਚੱਲਦੇ ਆ। 10 ਦੀਆਂ ਦਿੱਲੀ ਦੇ ਧਰਨਿਆਂ ਤੇ 160 ਰਾਤਾਂ। 10 ਨੇ ਸੰਯੁਕਤ ਮੋਰਚੇ ਨਾਲ ਬਹੁਤ ਮੀਟਿੰਗਾਂ ਕੀਤੀਆਂ ਤੇ 32 ਜਥੇਬੰਦੀਆਂ ਜਿਹੜੀ ਮੀਟਿੰਗ ਉੱਤੇ ਹੁੰਦੀ ਆ ਉਹਦੇ ਵਿੱਚ ਬਹੁਤ ਮੀਟਿੰਗਾਂ ਕੀਤੀਆਂ। ਜਿੰਨੇ ਵੀ ਕੁੰਡਲੀ ਬਾਰਡਰ ਹੋਇਆ ਤੇ ਟਿਕਰੀ ਬਾਰਡਰ ਹੋਇਆ ਉੱਥੇ ਦੇ ਹਾਲਾਤਾਂ ਦਾ ਇੱਕ ਸਕਿੰਟ ਦਾ ਇੱਕ ਮਿੰਟ ਦਾ 10 ਨੂੰ ਪਤਾ ਹੈਗਾ। ਅੱਜ ਵੀ ਜਿਹੜੀ ਸਾਡੀ ਜਥੇਬੰਦੀ ਆ ਉਹਦੀ ਟਿਕਰੀ ਬਾਰਡਰ ਤੇ ਕੁੰਡਲੀ ਬਾਰਡਰ ਤੇ ਪੂਰੀ ਗਿਣਤੀ 'ਚ ਪੂਰੇ ਸਾਡੇ ਕਿਸਾਨ ਆਗੂ ਬੈਠੇ ਨੇ। ਪਰ ਮੈਂ ਤੁਹਾਨੂੰ ਅਗਲੀ ਗੱਲ ਦੱਸਣੀ ਚਾਹੁੰਦਾ, ਇੱਕੇ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ, ਚਾਹੇ ਕੈਪਟਨ ਸਰਕਾਰ ਬਿਆਨ ਦੇਵੇ, ਚਾਹੇ ਸੁਖਬੀਰ ਉਨੀ ਬਿਆਨ ਦੇਣ, ਚਾਹੇ ਆਮ ਪਾਰਟੀ ਦੇਵੇ, 74 ਸਾਲ ਤੋਂ ਇਹ ਲੋਕ ਲੁੱਟਦੇ ਆ ਰਹੇ ਨੇ। ਸਾਡਾ ਕੰਮ ਆ ਜਿਹੜਾ ਸਾਡੀ ਜਥੇਬੰਦੀ ਉਹ ਨਿਵੇਕਲਾ ਕੰਮ ਹੋਊ। ਕੋਈ ਸਾਡੀ ਜਥੇਬੰਦੀ ਪੈਸੇ ਇਕੱਠੇ ਕਰਨ ਵਾਲਾ ਕੰਮ ਨਹੀਂ ਕਰਦੀ, ਨਾ ਕਰੂਗੀ। ਅਸੀਂ ਅੱਜ ਇੱਥੇ ਯੂਨਿਟ ਨੂੰ ਖੜੀ ਕਰਕੇ ਜਾਣਾ ਹੈ, ਯੂਨਿਟ ਨੂੰ ਆਸ਼ੀਰਵਾਦ ਦੇ ਕੇ ਜਾਣਾ ਹੈ, ਪਰ ਯੂਨਿਟ ਨੂੰ ਇਹ ਵੀ ਕਹਿਣਾ ਹੈ ਜੋ ਫਾਜ਼ਿਲਕਾ ਦੀ ਹੈਗੀ ਆ ਵੀ ਕੰਮ ਸਾਫ਼ ਸੁਥਰਾ ਕਰਨਾ। ਤੁਹਾਡੇ ਸਾਹਮਣੇ ਸਾਲੇ ਰਵਿੰਦਰ ਜੀ ਖੜੇ ਨੇ, ਜਿਹੜੇ ਮੀਤ ਪ੍ਰਧਾਨ ਨੇ, ਹਰਦੀਪ ਜੀ ਖੜੇ ਨੇ ਜਿਹੜੇ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਨੇ, ਤੇ ਯਾਦਵਿੰਦਰ ਸੀ ਜਨਰਲ ਸਕੱਤਰ ਨੇ। ਉਹਨਾਂ ਨੂੰ ਪੂਰੀਆਂ ਹਦਾਇਤਾਂ ਹੋਣਗੀਆਂ ਕਿਸੇ ਕਿਸਾਨ ਨਾਲ ਬਿਲਕੁਲ ਕੋਈ ਧੱਕਾ ਨਹੀਂ ਹੋਊਗਾ, ਕੋਈ ਆੜਤੀ ਵੀਰ ਜਾਂ ਕੋਈ ਵਪਾਰੀ, ਕਿਉਂਕਿ ਅੱਜ ਜਿਹੜੀ ਕਾਲੇ ਕਾਨੂੰਨਾਂ ਦੀ ਲੜਾਈ ਹੈਗੀ ਆ ਉਹ ਇਕੱਲੇ ਕਿਸਾਨਾਂ ਦੀ ਨਹੀਂ ਹੈਗੀ, ਮਜ਼ਦੂਰਾਂ ਦੀ ਹੈਗੀ ਆ, ਆਮ ਦੁਕਾਨਦਾਰ ਦੀ ਆ। ਅਗਰ ਇੱਥੇ ਸਾਰਿਆਂ ਨੂੰ ਜਾਗਰੂਕ ਹੋਣਾ ਚਾਹੀਦਾ। ਜਾਗਰੂਕ ਅਸੀਂ ਕਰ ਰਹੇ ਹਾਂ ਪਿੰਡਾਂ ਦੇ ਜਾ ਕੇ। ਅਸੀਂ ਪੂਰੇ ਪੰਜਾਬ ਦੇ ਵਿੱਚ ਸਾਡੀ ਜਥੇਬੰਦੀ ਨੇ, ਖਾਸ ਕਰਕੇ ਸਾਡੇ ਰੋਪੜ ਜ਼ਿਲ੍ਹੇ 'ਚ ਅਸੀਂ ਕੋਈ ਵੀ ਜਿੰਨੀਆਂ ਸਿਆਸੀ ਪਾਰਟੀਆਂ ਉਹਨਾਂ ਦਾ ਕੋਈ ਵੀ ਆਗੂ, ਚਾਹੇ ਉਹ ਮੌਜੂਦਾ ਪਾਰਟੀ ਆ, ਚਾਹੇ ਉਹ ਆਪੋਜੀਸ਼ਨ 'ਚ ਹੈਗੀ ਆ, ਚਾਹੇ ਅਕਾਲੀ ਦਲ ਹੈਗੀ ਆ, ਅਸੀਂ ਕਿਸੇ ਦਾ ਉਹ ਨਹੀਂ, ਕੋਈ ਵੀ ਆਗੂ ਰੈਲੀ ਕਰਨਾ ਹੈ ਅਸੀਂ ਨਹੀਂ ਬਣ ਦਿੱਤਾ ਪਿੰਡਾਂ ਦੇ ਵਿੱਚ। ਜਿਹੜਾ ਦਿੱਲੀ ਦੇ ਕੀ ਸਿੱਟੇ ਨਿਕਲਣਗੇ ਸੰਘਰਸ਼ ਦੇ ਜੀ? ਸਿੱਟੇ ਨਿਕਲਣਗੇ, ਦੇਖੋ ਵੱਡਾ ਸੰਘਰਸ਼ ਆ। ਜਦੋਂ ਸਰਕਾਰ ਦੇ ਵਿੱਚ ਗਰਦਨ ਤੇ ਕੀਲਾ ਹੁੰਦਾ, ਹੰਕਾਰ ਹੁੰਦਾ, ਐਡੀ ਗੱਲ ਤੁਸੀਂ ਵੀ ਸੋਚ ਸਕਦੇ ਹੋ, ਕਿਉਂਕਿ ਸਰਕਾਰ 'ਚ ਬਹੁਮਤ ਹੈਗਾ ਵਾ, ਦੂਜੀ ਆਪੋਜੀਸ਼ਨ 'ਚ ਕੋਈ ਬੋਲਣ ਵਾਲਾ ਹੈ ਨਹੀਂ। ਇਸ ਕਰਕੇ ਇਹ ਸੰਘਰਸ਼ ਲੰਬਾ ਜਾ ਰਿਹਾ। ਸੰਘਰਸ਼ ਸ਼ਾਂਤਮਈ ਆ। ਇਹ ਦਾਅਵੇ ਨਾਲ ਕਹਿੰਦੇ ਆ ਸੰਘਰਸ਼ ਜਿੱਤਾਂਗੇ, ਕਾਲੇ ਕਾਨੂੰਨ ਸਾਰੇ ਰੱਦ ਕਰਾ ਕੇ MSP ਦੀ ਗਾਰੰਟੀ ਲੈ ਕੇ ਹੀ ਦਿੱਲੀ ਦੇ ਬਾਰਡਰਾਂ ਤੋਂ ਵਾਪਸ ਮੁੜਾਂਗੇ। ਪਰ ਜਿਹੜੇ ਕਾਲੇ ਕਾਨੂੰਨ ਰੱਦ ਹੋ ਕੇ ਜਾਂ MSP ਦੀ ਗਾਰੰਟੀ ਲੈ ਕੇ ਕਿਸਾਨ ਸੌਖਾ ਨਹੀਂ ਹੋ ਸਕਦਾ। ਜਦ ਤੱਕ ਭਾਰਤੀ ਕਿਸਾਨ ਯੂਨੀਅਨ ਖੋਸਾ ਕੰਮ ਕਰਦੀ ਰਹੂਗੀ, ਹਰ ਮੁੱਦੇ ਤੇ ਕੰਮ ਕਰੇਗੀ। ਜਿਹੜੀ ਜਥੇਬੰਦੀ ਆ ਉਹ ਸਿਆਸਤ ਤੋਂ ਕੋਹਾਂ ਦੂਰ ਹੈਗੀ ਆ। ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਕਿਸੇ ਵੀ ਪੁਆਇੰਟ ਤੇ ਜਾਂ ਕਿਸੇ ਕਿਸਾਨ ਨਾਲ, ਗਰੀਬ ਨਾਲ ਜਾਂ ਮਜ਼ਦੂਰ ਨਾਲ ਧੱਕਾ ਹੁੰਦਾ ਉਹ ਤੇ ਡਟਕਾ ਪੈਰਾ ਦਊਗੀ, ਕਿਉਂਕਿ ਲੜਾਈਆਂ ਫੇਰ ਉੱਥੀ ਦੀ ਉੱਥੀ ਖੜੀ ਆ। ਸਲਫਾਸ ਕਿਸਾਨ ਤੇ ਕਰਜ਼ਾ ਨਹੀਂ ਖਤਮ ਹੋ ਰਿਹਾ ਕਾਲੇ ਕਾਨੂੰਨ ਰੱਦ ਕਰਾਉਣੇ ਨਾਲ, ਕਿਉਂਕਿ ਕਿਸਾਨ ਨੂੰ ਆਪ ਜਾਗਣਾ ਪੈਣਾ, ਆਪਣੀ ਲੜਾਈ ਆਪ ਲੜਨੀ ਪੈਣੀ ਆ। ਅੱਜ ਅਸੀਂ ਮੈਕ ਤੇ ਹੀ ਬੋਲਾਂਗੇ, ਤੁਹਾਡੇ ਮਾਧਿਅਮ ਰਾਹੀਂ ਵੀ ਦੱਸਣਾ ਚਾਹੁੰਦਾ ਵੀ ਜਦ ਤੱਕ ਕਿਸਾਨ ਇੱਕ ਪਿੰਡ ਦੇ ਵਿੱਚੋਂ 5 ਜਾਂ 7 ਮੈਂਬਰ ਦਿੱਲੀ ਨਹੀਂ ਬੈਠਣਗੇ, ਕਿਸਾਨ ਨੂੰ ਆਪਣੀ ਲੜਾਈ ਆਪ ਕਰਨੀ ਪੈਣੀ ਹੈ। ਜਥੇਬੰਦੀਆਂ ਦੇ ਆਗੂਆਂ ਨੇ ਆਪਣਾ ਕੰਮ ਕਰਨਾ, ਪਰ ਕਿਸਾਨਾਂ ਨੂੰ ਗਿਣਤੀ ਉੱਥੇ ਪੂਰੀ ਰੱਖਣੀ ਚਾਹੀਦੀ। ਅਸੀਂ ਪੂਰੇ ਪੰਜਾਬ 'ਚ ਇਹੀ ਹੋਕਾ ਦੇ ਰਹੇ ਹਾਂ ਵੀ ਆਪਣੇ ਪਿੰਡਾਂ 'ਚੋਂ 5-5 7-7 ਬੰਦੇ ਹਰ ਬਾਰਡਰਾਂ ਤੇ ਆਪਣੀ ਗਿਣਤੀ ਪੂਰੀ ਰੱਖਣ। 2022 ਦੀਆਂ ਚੋਣਾਂ 'ਚ ਕੀ ਕਿਸਾਨ ਜਥੇਬੰਦੀਆਂ ਆਦੇ ਨੁਮਾਇੰਦੇ ਲਾ ਸਕਦੀਆਂ? ਦੇਖੋ ਜੀ, ਸਿਆਸਤ ਬਾਰੇ ਸਾਡਾ ਕੋਈ ਸਵਾਲ ਹੀ ਨਹੀਂ। ਸਾਡਾ 600 ਕਿਸਾਨ ਤੋਂ ਵੱਧ ਸ਼ਹੀਦ ਹੋ ਚੁੱਕੇ ਆ। ਸਾਡੀ ਨਿਗਾਹ ਅੱਜ ਪੂਰੀ ਸੰਯੁਕਤ ਮੋਰਚੇ ਤੇ ਹੈਗੀ ਆ। ਸਾਨੂੰ ਆਪਣੀਆਂ ਜ਼ਮੀਨਾਂ ਬਚਾਉਣੀਆਂ। ਸਿਆਸਤ ਵਾਲੇ 74 ਸਾਲ ਤੋਂ ਲੱਗੇ ਆ। ਇਹਨਾਂ ਨੇ ਜ਼ਮੀਨਾਂ ਖਾਤਰ ਜਾਂ ਕੋਈ ਵੀ ਨਵੀਂ ਪਾਲਿਸੀ ਕੋਈ ਨਹੀਂ ਲਿਆਂਦੀ ਖੇਤੀ ਖਾਤਰ। 74 ਸਾਲ ਤੋਂ ਸਾਰੀਆਂ ਸਰਕਾਰਾਂ ਆ ਗਈਆਂ, ਇਹਨਾਂ ਨੇ ਲੁੱਟਿਆ ਤੇ ਘਸੁੱਟਿਆ, ਤੇ ਆਮ ਕਿਸਾਨਾਂ ਦੇ ਧਰਨੇ ਹੀ ਲੱਗੇ ਆ। ਜਦੋਂ ਵੀ ਕੋਈ ਆਉਣੇ ਫਸਲ 'ਚ ਪਰਾਲੀ ਬਾਰੇ ਦੇਖ ਲਓ, ਇੱਕ ਆਪਣੀ ਬਣ ਗਈ ਹੈਗੀ ਆ ਵੀ ਅਸੀਂ ਨਵੀਂ ਟਾਸਕ ਫੋਰਸ ਬਣਾਤੀ। ਸੋ ਕਿਸਾਨ ਨੂੰ ਹਰ ਦਿਨ ਜਿਹੜਾ ਚੜ੍ਹਦਾ ਉਹ ਬੜਾ ਔਖਾ ਚੜ੍ਹਦਾ, ਮਜ਼ਦੂਰ ਨੂੰ ਜਿਹੜਾ ਹਰ ਦਿਨ ਚੜ੍ਹਦਾ ਬੜਾ ਔਖਾ। ਇਸ ਕਰਕੇ ਅਸੀਂ ਲੜਾਈ ਸਾਫ਼ ਸੁਥਰੀ ਲੜਦੇ ਰਹਾਂਗੇ। ਤੁਹਾਡੀ ਪਾਕ ਕਿਰਪਾ ਦੇ ਨਾਲ, ਤੁਹਾਡੇ ਸਹਿਯੋਗ ਦੇ ਨਾਲ ਇਹ ਜਿਹੜਾ ਸੰਘਰਸ਼ ਆ ਉਦੋਂ ਤੱਕ ਚੱਲੇਗਾ
ਅੰਦਰ ਜਾ ਕੇ ਬਲਾਕ ਪੱਧਰ ਲੈਵਲ ਹੋਵੇ ਚਾਹੇ ਉਹ ਜ਼ਿਲ੍ਹਾ ਪੱਧਰ ਲੈਵਲ ਹੋਵੇ ਖੁਦ ਨਾਲ ਜਾ ਕੇ ਸਾਡੀ ਸਾਰੀ ਟੀਮ ਬੈਠੇ ਨੂੰ 250 ਨਹੀਂ ਦੇਣੀ ਦਿੰਦਾ 240 ਦਿਆਂਗੇ ਪਰ ਢੇਰੀ ਦੀ ਹੁੰਦੀ ਲੁੱਟ ਵੇਲੇ ਦੀ ਅਸੀਂ ਲੜੇ ਦਿੱਲੀ ਦੀ ਉਸ ਮੰਡੀ ਚੋਂ ਬਣ ਕੇ ਆਏ ਭਾਵੇਂ ਲੈਣੀ ਅਸੀਂ ਲੜੇ ਅਸੀਂ ਆੜਤੀ ਨਾਲ ਲੜ ਰਹੇ ਯਾਰ ਤੂੰ ਐਂ ਕਰ ਲਿਆ ਲੇਕਿਨ ਅਸੀਂ ਉੱਥੇ ਨਹੀਂ ਲੜੇ ਜਿੱਥੇ ਲੜਨ ਦਾ ਹੱਕ ਸੀ ਜਿੱਥੇ ਚੋਰ ਬੈਠਾ ਸੀ ਅਸੀਂ ਉਹਨੂੰ ਹਮੇਸ਼ਾ ਪਨਾਹ ਦਿੰਦੇ ਰਹੇ ਅਸੀਂ ਉਹ ਛੋਟੇ ਦੁਕਾਨਦਾਰ ਨਾਲ ਲੜ ਪਏ ਜਿਹਦੇ ਕੋਲੋਂ ਖੰਡ ਲੈਣ ਗਏ ਜਦੋਂ ਉਹਨੇ ਖੰਡ 35 ਰੁਪਏ ਦੱਸੀ ਨਾ ਤਾਂ ਅਸੀਂ ਆਖਿਆ ਲਾਲਾ ਤੂੰ ਤਾਂ ਯਾਰ ਲੁੱਟ ਮਚਾਈ ਬੈਠਾ ਫਲਾਣਾ 34 ਦਿੰਦਾ ਉਹਦੇ ਰੁਪਈਏ ਨੂੰ ਅਸੀਂ ਬੜਾ ਵੱਟ ਕੇ ਖਾਧਾ ਲੇਕਿਨ ਦਿੱਲੀ ਦੇ ਉਸ ਹਾਕਮ ਦੇ ਰੁਪਈਏ ਨੂੰ ਅਸੀਂ ਯਾਦ ਨਹੀਂ ਕੀਤਾ ਬਦਕਿਸਮਤੀ ਸਾਡੇ ਦੇਸ਼ ਦੀ ਕੀ ਹੋ ਸਕਦੀ ਹੈ ਕੋਈ ਪਲੈਨਿੰਗ ਨਹੀਂ ਕਿੰਨਾ ਅਨਾਜ ਚਾਹੀਦਾ ਕਿੰਨੀਆਂ ਦਾਲਾਂ ਚਾਹੀਦੀਆਂ ਕਿੰਨੀਆਂ ਸਬਜ਼ੀਆਂ ਚਾਹੀਦੀਆਂ ਮਨੁੱਖ ਨੂੰ ਕਿੰਨਾ ਚਾਹੀਦਾ ਇਹਦੇ ਬਾਰੇ ਸਾਡੀ ਖੇਤੀਬਾੜੀ ਦਾ ਭਵਿੱਖ ਕੀ ਹੋਵੇ ਇਹਦੀ ਸਾਡੇ ਦੇਸ਼ 'ਚ ਕੋਈ ਪਾਲਿਸੀ ਨਹੀਂ ਕਾਰਪੋਰੇਟ ਜਿਹੜੇ ਘਰਾਣੇ ਨੇ ਜਿੱਥੇ ਵੱਡੇ ਕਾਰਪੋਰੇਟ ਵੱਡੇ ਘਰਾਣੇ ਨੂੰ ਰਾਜ ਕਰਨਾ ਚਾਹੁੰਦੇ ਨੇ ਥੋੜੀਆਂ ਜਿਹੜੀਆਂ ਜ਼ਮੀਨਾਂ ਅਤੇ ਆਉਣਾ ਚਾਹੁੰਦੇ ਨੇ ਅਦਾਨੀ ਅਵਾਨੀ ਵਰਗੇ ਹਰੇਕ ਚੀਜ਼ ਤੇ ਆਪਣੀ ਮੋਹਰ ਲਾ ਕੇ ਇੱਥੇ ਸਿੱਕਾ ਜਮਾਉਣਾ ਚਾਹੁੰਦੇ ਨੇ ਤੁਸੀਂ ਉਹ ਗੱਲ ਚੇਤੇ ਰੱਖੋ ਜਿਵੇਂ ਸਰਦਾਰ ਭਗਤ ਸਿੰਘ ਜੀ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਅੱਜ ਕਿਸਾਨਾਂ ਨੂੰ ਉਹ ਦੇਸ਼ ਆਜ਼ਾਦ ਕਰਨਾ ਪੈਣਾ ਕਾਲਿਆ ਜੇ ਤੁਸੀਂ ਨਾ ਉੱਠੇ ਤੇ ਤੁਸੀਂ ਅੱਜ ਵੀ ਗੁਲਾਮਾਂ ਦੇ ਗੁਲਾਮ ਬਣ ਕੇ ਰਹਿ ਜਾਓਗੇ ਆ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਤੁਹਾਡੇ ਕਰਜ਼ੇ ਇਹ ਸਾਰੇ ਸਰਕਾਰਾਂ ਨੇ ਤੁਹਾਨੂੰ ਢਾਹ ਲਾ ਲੈਣੀ ਹੈ ਪਿਛਲੇ ਸਾਲ ਬਾਸਪਤੀ ਦਾ ਇੱਥੇ ਬਹੁਤ ਰੌਲਾ ਪੈ ਗਿਆ ਸੀ ਤੇ ਆਪਾਂ ਬਾਸਪਤੀ ਦਾ ਮੁੜ ਕੇ ਕੰਮ ਚਾਲੂ ਕਰਾਇਆ ਸੀ ਸੋ ਤੁਹਾਡੀ ਅੱਜ ਜਿਹੜੀ ਵੱਡੀ ਕਾਰਵਾਈ ਆ ਜਿਹੜੇ ਇਕੱਠ ਨੂੰ ਪਤਾ ਲੱਗਦਾ ਉਹ ਸੁਨੇਹਾ ਮਿਲੂਗਾ ਸਾਰਿਆਂ ਨੂੰ ਕਿ ਇੱਥੇ ਬਹੁਤ ਵੱਡੀ ਪਾਵਰ ਆ ਜਮਾਤ ਕਰਾਵਾਤਾ ਜੇ ਤੁਹਾਡਾ ਇਕੱਠ ਹੋਗਾ ਮੈਂ ਉਹ ਕੰਮ ਕੋਈ ਨਹੀਂ ਜਿਹੜਾ ਨਾ ਹੋ ਸਾਰੇ ਕੰਮ ਇਕੱਠ ਨਾਲ ਸੋ ਵੀਰੋ ਤੁਸੀਂ ਵਧਾਈ ਦੇ ਪਾਤਰੋ ਕਿ ਜਿਹੜਾ ਆਪਦਾ ਜਿਹੜਾ ਆਇਨਾ ਤਿਆਰ ਕਰਕੇ ਜਿੱਥੇ ਦਿੱਲੀ ਬਾਰਡਰ ਤੇ ਸੰਘਰਸ਼ ਚੱਲਦਾ ਉੱਥੇ ਆਪਾਂ ਵੱਡਾ ਯੋਗਦਾਨ ਪਾਉਣਾ ਆਪਾਂ ਵਾਰੀ ਪਿੰਡਾਂ ਤੋਂ ਡਿਊਟੀਆਂ ਲਾ ਕੇ ਉਹ ਜਿਹੜਾ ਸੰਘਰਸ਼ ਟੁੱਟਣ ਨਹੀਂ ਦੇਣਾ ਤੇ ਜਿੰਨਾ ਮਰਜ਼ੀ ਝੋਲੇ ਦਾ ਆਕਾਸ਼ ਹੋਵੇ ਬਹੁਤ ਵੱਡਾ ਉਦਮ ਕਰਕੇ ਆਪਾਂ ਉੱਥੇ ਸੰਘਰਸ਼ ਦੇ ਵਿੱਚ ਹਾਲੇ ਜ਼ਰੂਰ ਹੋਣੀਆਂ ਇਹ ਕੰਮ ਨਹੀਂ ਕਰਾਇਆ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਬਾਦਲ ਕਹਿੰਦੇ ਸੀ ਵੀ ਅਗਰ ਵਾਜਪੇਈ ਦੀ ਸਰਕਾਰ ਆ ਅਸੀਂ ਉਹ ਤੋਂ ਟਰੱਕ ਭਰ ਕੇ ਲਿਆਵਾਂਗੇ ਉਹ ਕਿੱਧਰ ਗਏ ਟਰੱਕ ਤੇ ਕੋਈ ਧਰਨਾ ਵੀ ਨਹੀਂ ਲਾਇਆ ਅਸੀਂ 10 ਸਾਲ ਘਰੇ ਵਿਹਲੇ ਬੱਚਿਆਂ ਦੇ ਪਏ ਉਸ ਤੋਂ ਅਸੀਂ ਇਹ ਤਹਈਆ ਕਰ ਲਿਆ ਵੀ ਕੇਵਲ ਤੇ ਕੇਵਲ ਉਹ ਯੂਨੀਅਨ ਬਣਾਉਣੀ ਆ ਜਿਹੜੀ ਕਿਸਾਨੀ ਲਈ ਤੁਰਨ ਵਾਲੀ ਹੋਵੇ ਰਾਜਨੀਤਿਕ ਪਾਰਟੀਆਂ ਦੀ ਬਾਂਹ ਫੜਨ ਵਾਲੀ ਨਾ ਹੋਵੇ ਅਸੀਂ ਇਹ ਸਹੁੰ ਖਾਧੀ ਹੋਈ ਆ ਵੀ ਅਸੀਂ ਇੱਕ ਪਿੰਡ ਦਾ ਮੈਂਬਰ ਨਹੀਂ ਬਣਨਾ ਨਾ ਕਿਸੇ ਰਾਜਨੀਤਿਕ ਪਾਰਟੀ ਦਾ ਝੰਡਾ ਲਾਉਣਾ ਤੇ ਨਾ ਕਿਸੇ ਨੇ ਅਸੀਂ ਉਹਨਾਂ ਦੀ ਪੈਰਵਾਈ ਕਰਨੀ ਆ ਮੇਰੇ ਸਤਿਕਾਰਯੋਗ ਵੀਰੋ ਤੁਹਾਡੀ ਅਪਾਰ ਕਿਰਪਾ ਦੇ ਨਾਲ ਸਰਕਾਰ ਦੇ ਤੁਹਾਡੀ ਅਪਾਰ ਕਿਰਪਾ ਦੇ ਨਾਲ ਹੀ ਸਰਕਾਰ ਦੇ ਨੱਕ ਦੇ ਵਿੱਚ ਆਪਾਂ ਦਮ ਲਿਆ ਤੇ ਦਮ ਲਿਆ ਕੇ ਰੱਖਾਂਗਾ ਮੇਰੇ ਸਤਿਕਾਰਯੋਗ ਵੀਰੋ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਆਪਣੇ ਪੰਜਾਬ ਦੀ ਜਿਹੜੀ ਸਾਰੀ ਟੀਮ ਹੈ ਉਹ ਸਟੇਜ ਤੇ ਬਿਰਾਜਮਾਨ ਹੈ ਮੇਰੇ ਸਤਿਕਾਰਯੋਗ ਭਰਾ ਨੇ ਸਾਡਾ ਵਾਅਦਾ ਉਹ ਸਾਰੇ ਦਾ ਸਾਰਾ ਆਪਾਂ ਤੁਹਾਡੀ ਪਾਰ ਕਿਰਪਾ ਦੇ ਨਾਲ ਔਰ ਪ੍ਰਧਾਨਗੀ ਦੇ ਜ਼ਰੀਏ ਉਹਨੂੰ ਸਾਰਾ ਲਾਗੂ ਕਰਾਂਗੇ ਮੇਰੇ ਸਤਿਕਾਰਯੋਗ ਵੀਰੋ ਆਪਾਂ ਇੱਥੇ ਰੁਕਣਾ ਨਹੀਂ ਫਾਜ਼ਿਲਕਾ ਵਾਲਿਓ ਆਪਾਂ ਆਪਣੇ ਭਰਾਵਾਂ ਦੇ ਨਾਲ ਵੱਧ ਤੋਂ ਵੱਧ ਰਾਬਤਾ ਕਾਇਮ ਕਰੀਏ ਕਿ ਇਹਨਾਂ ਸ਼ਬਦਾਂ ਦੇ ਨਾਲ ਸਾਡੀ ਮਾਣਯੋਗਾ ਪ੍ਰੈਸ ਹੈ ਜਿਨ੍ਹਾਂ ਨੇ ਸਾਰੀ ਕਵਰੇਜ ਉਹ ਸਰਕਾਰੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਸਾਡੇ ਤੁਹਾਡਾ ਸਾਰਾ